चार श्रेणियां सी ना, चार जिहदे विच आपां कहने खत्तरी, ब्राह्मण, सूद ते वैस। चार है। खत्तरी ਉਹ ਨੇ ਕਹਿੰਦੇ ਜਿਹੜੇ ਸ਼ਸਤਰ ਚਲਾਉਣਗੇ। ਬ੍ਰਾਹਮਣ ਕੀ ਕਰੂ? ਖੱਤਰੀ ਬ੍ਰਾਹਮਣ ਨੇ ਕੀ ਕਰਨਾ? ਕਹਿੰਦੇ ਇਹ ਪੋਥੀਆਂ ਪੜ੍ਹੇਗਾ, ਗਿਆਨ ਪ੍ਰਾਪਤ ਇਹ ਕਰੇਗਾ। ਹੋ ਗਈ ਗੱਲ। ਤੀਜੇ ਨੰਬਰ ਤੇ ਜਿਹੜੇ ਵੈਸ ਹੈ, ਜੱਟ ਕਹਿ ਲਓ ਤੁਸੀਂ, ਜ਼ਿਮੀਂਦਾਰ ਕਹਿ ਲਓ, ਉਹਨਾਂ ਨੇ ਖੇਤੀਬਾੜੀ ਕਰਨੀ ਹੈ, ਢਿੱਡ ਭਰਨਾ, ਇਹ ਕਹਿਤਾ। ਜਿਹੜਾ ਕਹਿੰਦੇ ਸ਼ੂਦਰ ਹੈ, ਛੋਟੀਆਂ ਜਾਤਾਂ ਹੈ, ਇਹ ਕਹਿੰਦੇ ਲੋਕਾਂ ਦੇ ਲਈ ਕੰਮ ਕਰੇਗਾ, ਉਹਦੇ ਭਾਂਡੇ ਮਾਂਜਣੇ ਨੇ, ਸਫਾਈ ਕਰਨੀ ਹੈ, ਗੰਦ ਸਾਫ਼ ਕਰਨਾ, ਇਹਦੀ ਸਾਰੀ ਡਿਊਟੀ ਛੋਟੀ ਜਾਤ ਵਾਲਾ ਇੱਥੇ। ਉਹਨੇ ਫਿਰ ਜਦੋਂ ਉਹਦੀ ਵਿਆਖਿਆ ਕੀਤੀ, ਕਹਿੰਦੇ ਬਰਮਾ ਜੀ ਨੇ ਬ੍ਰਾਹਮਣ ਨੂੰ ਸਿਰ ਚੋਂ ਪੈਦਾ ਕੀਤਾ, ਜਿਹੜੇ ਸੀ ਖੱਤਰੀ ਕਹਿੰਦੇ ਉਹ ਭੁਜਾ ਚੋਂ, ਉਹਦੇ ਬਲ ਚੋਂ, ਉਹਦੀਆਂ ਬਾਹਾਂ ਚੋਂ ਨਿਕਲੇ। ਸ਼ੂਦਰ ਕਹਿੰਦੇ ਉਹਨੇ ਪੇਟ ਚੋਂ ਕੱਢੇ, ਢਿੱਡ। ਤੇ ਜਿਹੜੇ ਵੈਸ ਜਿਹੜੇ ਢਿੱਡ ਚੋਂ ਕੱਢੇ, ਕਹਿੰਦੇ ਵੈਸ ਢਿੱਡ ਤੋਂ, ਢਿੱਡ ਭਰਨ ਲਈ ਪੈਦਾ ਹੋਏ ਆ। ਤੇ ਸ਼ੂਦਰ ਕਹਿੰਦੇ ਉਹਨੇ ਆਪਣੇ ਪੈਰਾਂ ਚੋਂ ਪੈਦਾ ਕੀਤੇ ਆ, ਇਹ ਸਫਾਈਆਂ ਕਰਨ ਵਾਸਤੇ ਨੇ। ਧਿਆਨ ਨਾਲ ਗੱਲ ਨੂੰ ਪਕੜੋ। ਸਭ ਤੋਂ ਵਧੀਆ ਮਹਿਕਮਾ ਕੀ ਹੈ ਭਲਾ? ਗਿਆਨ ਪ੍ਰਾਪਤ ਕਰਨਾ। ਕਹਿੰਦੇ ਇਹ ਸਿਰ ਚੋਂ ਪੈਦਾ ਕੀਤੇ ਐ। ਸਿਰ ਵਰਤਣ ਦਾ ਕੰਮ ਬ੍ਰਾਹਮਣ ਦਾ, ਤੇ ਬਾਹਾਂ ਨੂੰ ਵਰਤ ਕੇ ਲੋਕਾਂ ਨੂੰ ਬਚਾਉਣ ਦਾ ਕੰਮ ਖੱਤਰੀਆਂ ਦਾ ਹੈ, ਤੇ ਢਿੱਡ ਭਰਨ ਦਾ ਕੰਮ ਜੱਟਾਂ ਦਾ, ਵੈਸ। ਤੇ ਪੈਰਾਂ ਦੇ ਵਿੱਚੋਂ ਕਹਿੰਦੇ ਇਹ ਕਹਿੰਦੇ ਜਿਹੜਾ ਕੰਮ ਕਰਨਾ ਹੈਗਾ ਇਹ ਸਾਰਾ ਸ਼ੂਦਰਾਂ ਦਾ ਕੰਮ ਹੈ। ਉਹਨੇ ਐ ਵਰਨ ਵੰਡ ਕਰਤੀ ਤੇ ਆਪਣੇ ਹਿੱਸੇ 'ਚ ਸਭ ਤੋਂ ਵਧੀਆ ਮਹਿਕਮਾ ਰੱਖਿਆ। ਗਿਆਨ ਪ੍ਰਾਪਤ ਕੌਣ ਕਰੇਗਾ? ਮੈਂ। ਜਿਹੜਾ ਪੜ੍ਹਨ ਵਾਲਾ ਕੰਮ ਹੈ, ਗਿਆਨ ਪ੍ਰਾਪਤ ਕਰਨ ਵਾਲਾ ਕੰਮ ਹੈ, ਇਹ ਮੇਰਾ ਹੈ। ਬਾਕੀ ਸਾਰਿਆਂ ਦੇ ਕਿੱਤੇ ਵੱਖਰੇ ਵੱਖਰੇ ਆ। ਹੁਣ ਦੱਸੋ, ਇਹ ਵਰਨ ਵੰਡ ਹੈ। ਕੀ ਅੱਜ ਸਿੱਖਾਂ ਦੇ ਵਿੱਚ ਇਹ ਵਰਨ ਵੰਡ ਹੈ ਨਹੀਂ ਕਿ ਇੱਕ ਇੱਥੇ ਆ ਇੱਕ ਕੰਮ ਕਰਨ ਵਾਲੇ ਆ, ਆ ਮਹਿਕਮਾ ਕਿਹੜਾ ਹੈ? ਇਹ ਕੰਮ ਕਰਨ ਵਾਲਾ, ਇਹ ਜੱਟ ਜ਼ਿਮੀਂਦਾਰ ਹੈ। ਆ ਮਹਿਕਮਾ ਇਹ ਵਿਹੜੇ ਵਾਲੇ ਆ ਜੀ, ਇਹ ਸ਼ੂਦਰ ਹੈ, ਛੋਟੀਆਂ ਜਾਤਾਂ ਵਾਲੇ ਸੀਰੀ ਪਾਰੀ ਰਲਦੇ ਆ, ਇਹ ਕੰਮ ਇਦਾਂ ਦੇ ਕਰਦੇ ਆ। ਤੇ ਫਿਰ ਇੱਕ ਮਹਿਕਮਾ ਸਾਡੇ ਹੋਰ ਵੀ ਹੈ, ਉਹ ਹੈ ਪਾਠੀਆਂ, ਗ੍ਰੰਥੀਆਂ, ਰਾਗੀਆਂ, ਪ੍ਰਚਾਰਕਾਂ ਵਾਲਾ। ਭਾਵੇਂ ਅਗਲਾ ਜੱਜ ਵੀ ਹੋਵੇ, ਸਾਡੇ ਵਰਗੇ ਦੇ ਹੱਥ ਅਨਪੜ੍ਹ ਬੰਦੇ ਦੇ ਜੱਜ ਵੀ ਧਵਾਊ ਕਿ ਨਹੀਂ? ਪਾਠ ਕਰਨ ਵਾਲਾ ਕੰਮ ਕਿਹਦਾ ਹੈ? ਕਹਿੰਦੇ ਸਾਨੂੰ ਪੈਸੇ ਦੇ ਦਿਓ, ਅਸੀਂ ਆਪੇ ਕਰ ਲਾਂਗੇ। ਦੱਸੋ ਪਾਠ ਤੁਸੀਂ ਪੈਸੇ ਦੇ ਕੇ ਕਰਾਉਂਦੇ ਕਿ ਨਹੀਂ ਕਰਾਉਂਦੇ? ਬੋਲੋ। ਪੜ੍ਹਨ ਦਾ ਕੰਮ ਕਿਹਦਾ ਹੋਇਆ ਹੋਇਆ? ਅੱਜ ਸਮਾਜ ਵਿੱਚ ਪੜ੍ਹਨ ਦਾ ਕੰਮ ਕਿਹਨੇ ਲੈ ਲਿਆ? ਬੋਲੋ। ਪਾਠੀਆਂ ਨੇ, ਸਾਡੇ ਵਰਗਿਆਂ ਨੇ। ਤੇ ਸਾਡਾ ਕੰਮ ਹੈ, ਸਾਨੂੰ ਤੁਸੀਂ ਘਿਓ ਪਾ ਕੇ ਦਿਓ, ਬਦਾਮ ਦੇ ਦਿਓ, ਮਗਜ ਦੇ ਦਿਓ, ਕਾਜੂ ਦੇ ਦਿਓ। ਲਿਖ ਕੇ ਨਹੀਂ ਦਿੰਦੇ ਹੁੰਦੇ? ਸਮੱਗਰੀ ਹੈ ਨਹੀਂ ਭਲਾ? ਪਾਠੀਆਂ ਦੀ ਸਮੱਗਰੀ ਕੀ ਹੁੰਦੀ ਹੈ? ਇੰਨੀ ਮਿਸ਼ਰੀ, ਇੰਨੇ ਬਦਾਮ, ਇੰਨੇ ਕਾਜੂ, ਦੇਸੀ ਘਿਓ। ਤੇ ਫਿਰ ਅਗਲਾ ਕਾਹਦੇ ਲਈ ਕਹਿੰਦਾ? ਸਾਡਾ ਜ਼ੋਰ ਬਹੁਤ ਲੱਗਣਾ, ਖੁਸ਼ਕੀ ਚੜ ਜਾਣੀ ਸਾਨੂੰ। ਕਹਿੰਦੇ ਇਹ ਕੰਮ ਸਾਡਾ। ਤੇ ਬੀਬੀਓ ਤੁਸੀਂ ਕਹੋ ਵੀ ਅਸੀਂ ਪਾਠ ਕਰਨਾ, ਕਹਿਣਗੇ 5 ਦਿਨ ਲਈ ਬੀਬੀ ਨੇੜੇ ਨਾ ਲੱਗੀ, ਤੂੰ 5 ਦਿਨ ਤੂੰ ਹੱਥ ਨਹੀਂ ਲਾ ਸਕਦੀ। ਬੀਬੀ ਗਲਤ ਕਰੋਗੇ ਫਿਰ ਸਾਖੀ ਐ ਸੁਣਾ ਦੇਣਗੇ ਅੱਗੋਂ ਵੀ ਮਹਾਰਾਜ ਨੇ ਕਿਹਾ ਵੀ ਇੱਕ ਬੰਦੇ ਨੂੰ ਕੁੱਟਣ ਦੇ ਲੱਗੇ ਐ, ਉਹਨੇ ਪੰਕਤੀ ਗਲਤ ਪੜ੍ਹਤੀ। ਤੇ ਮਹਾਰਾਜ ਕਹਿੰਦੇ ਆ ਪੰਕਤੀ ਕੁੱਟਦੇ ਕਿਉਂ ਐ? ਕਹਿੰਦਾ ਮਹਾਰਾਜ ਮੈਨੂੰ ਬਹੁਤ ਥੱਪੜ ਮਾਰਿਆ ਮੇਰੇ, ਕਹਿੰਦੇ ਮੈਂ ਇੱਕ ਲਾਈਨ ਗਲਤ ਬੋਲਤੀ ਸੀ। ਤੇ ਕਹਿੰਦੇ ਮਹਾਰਾਜ ਨੇ ਕਿਹਾ ਜਦੋਂ ਤੂੰ ਗਲਤ ਪੜ੍ਹਦਾ ਸੀ ਤੇ ਤੂੰ ਮੇਰੇ ਚਪੇੜ ਮਾਰਦਾ ਸੀ, ਤਾਂ ਤੈਨੂੰ ਚਪੇੜਾਂ ਪਈਆਂ। ਇਹੋ ਜੀ ਗੱਲ ਜਦੋਂ ਸੁਣਾ ਦੇਣੀ ਹੈ ਸਟੇਜ ਤੇ, ਬੰਦਾ ਤੇ ਉਦੋਂ ਹੀ ਦਹਿਲ ਜਾਂਦਾ ਵੀ ਅੱਛਾ ਯਾਰ, ਪੰਕਤੀ ਗਲਤ ਪੜ੍ਹਨ ਦਾ ਐਡੀ ਸਜ਼ਾ, ਪੰਕਤੀ ਗਲਤ ਪੜ੍ਹਨ ਦੀ ਇੰਨੀ ਸਜ਼ਾ ਮਿਲਦੀ ਹੈ। ਅਗਲਾ ਡਰ ਗਿਆ ਤੇ ਪਾਠ ਦੇ ਨੇੜੇ ਵੀ ਜਾਊ ਉਹ। ਬੋਲੋ। ਤੇ ਕਿਹਦੇ ਹੱਕ ਕਿਹਦਾ ਰੱਖ ਲਿਆ ਪਾਠ ਦੇ ਉੱਤੇ? ਸਾਡੇ ਵਰਗਿਆਂ ਨੇ। ਅਸੀਂ ਟਕਸਾਲ ਚੋਂ ਪੜ੍ਹੇ ਆ, ਕੋਈ ਕਹਿੰਦਾ ਜੀ ਮੈਂ ਫਲਾਣੇ ਥਾਂ ਤੋਂ ਪੜ੍ਹ ਕੇ ਆਇਆ, ਮੈਂ ਫਲਾਣੇ ਥਾਂ ਤੋਂ ਪੜ੍ਹ ਕੇ ਆਇਆ। ਇਹਨਾਂ ਨੇ ਆਪਣੇ ਹੱਕ ਰੱਖ ਲਿਆ, ਬਾਕੀਆਂ ਨੂੰ ਕਹਿੰਦੇ ਪਾਠ ਸ਼ੁੱਧ ਨਾ ਕੀਤਾ ਪਾਪ ਲੱਗ ਜੂ। ਤੇ ਪੜ੍ਹਾਈ ਹੁਣ ਅਗਲਾ 3 ਸਾਲ ਤੇਰੇ ਵਾਂਗੂ ਕਿੱਥੇ ਲਾ ਕੇ ਆਵੇ? ਅਗਲਾ ਬੱਚੇ ਪਾਲੇ 3 ਸਾਲ ਤੇਰੇ ਲਈ ਕੱਢ ਕੇ ਆਵੇ। ਤੂੰ ਤੇ ਵਿਹਲਾ ਸੀ, ਜਾਇਆ 3 ਸਾਲ, 5 ਸਾਲ ਪੜ੍ਹ ਲਿਆ ਤੂੰ, ਤੇ ਸਾਰੇ ਬੰਦੇ ਕਿਵੇਂ ਪੜ੍ਹਨਗੇ? ਅਗਲਾ ਨਿਆਣੇ ਪੜ੍ਹੇਗਾ ਕਿ ਤੇਰੇ ਕੋਲ ਉੱਥੇ ਜਾ ਕੇ ਪੜ੍ਹਨ ਜਾਏਗਾ? 3-4 ਸਾਲ ਲਾ ਕੇ ਆਵੇ, ਫਿਰ ਗੱਲ ਬਣੂ। ਤੇ ਪਾਠ ਵਾਲਾ ਮਹਿਕਮਾ, ਪੜ੍ਹਨ ਵਾਲਾ ਮਹਿਕਮਾ ਆਪਣੇ ਹੱਥ ਰੱਖਿਆ ਕਿ ਨਹੀਂ ਰੱਖਿਆ? ਕੀਤਾ ਕਿ ਨਹੀਂ ਉਹੀ ਕੰਮ? ਭਾਵੇਂ ਅਗਲਾ ਜੱਜ ਲੱਗ ਜੇ, ਸਾਡੇ ਵਰਗਿਆਂ ਦੇ ਹੱਥ ਧਮਾਉਂਦਾ। ਸੈਟਿੰਗ ਏਦਾਂ ਦੀ ਕੀਤੀ।
ਮਾਈਂਡ ਸੈੱਟ ਇਦਾਂ ਦਾ ਕੀਤਾ। ਤੇ ਤੁਸੀਂ ਵੀ, ਤੁਹਾਨੂੰ ਵੀ ਸੌਖਾ ਹੋ ਗਿਆ ਅਗਲਾ ਕਹਿੰਦਾ ਅੱਛਾ ਇਹ ਪੜ੍ਹਨਗੇ 5000 ਚੱਕੋ ਆਪ ਹੀ ਪੜ੍ਹ ਲਿਆ ਕਰੋ। ਨਿਆਣਿਆਂ ਨੂੰ ਕਹਿ ਦੋ ਲੈ ਤੇਰੀ ਪੜ੍ਹਾਈ ਆ ਕਰ ਲੂਗਾ, ਉਹ ਕਹੂਗਾ ਅੱਛਾ ਡੈਡੀ ਤੂੰ 5000 ਦੇ ਮੈਂ ਇਹਨੂੰ ਦੇ ਦਿਆਂ, ਮੇਰੇ ਥਾਂ ਤੇ ਪੜ੍ਹ ਵੀ ਲੈ। ਪੜ੍ਹਨਾ ਕਿਹੜਾ ਚਾਹੁੰਦਾ, ਗਿਆਨ ਲੈਣਾ ਨਹੀਂ ਚਾਹੁੰਦਾ, ਕਹਿੰਦਾ ਛੱਡ ਪਰੇ ਸਾਨੂੰ ਕੀ ਲੋੜ ਹੈ। ਪਰ ਮੈਂ ਜਿਹੜੀ ਗੱਲ ਕਰਦਾ ਹੈ ਕਿ ਸਾਡੇ ਪਾਤਸ਼ਾਹਾਂ ਨੇ ਜਿਹੜਾ ਨਾ ਹੱਕ ਰੱਖੀ ਬੈਠਾ ਸੀ ਵੀ ਮੈਂ ਹੀ ਪੜੂ, ਉਹਦੇ ਕੋਲੋਂ ਪੋਥੀਆਂ ਫੜ ਕੇ ਨਾ ਕਹਿੰਦੇ ਚੱਕੋ ਆ ਮੇਰੇ ਵਾਲੇ ਪੜਨਗੇ, ਅਸੀਂ ਪੜਾਂਗੇ। ਤੁਸੀਂ ਠੇਕਾ ਲਿਆ ਪੜਨ ਦਾ, ਕਿਹਾ ਕਿ ਨਹੀਂ? ਤੁਸੀਂ ਠੇਕਾ ਲਿਆ? ਤੁਸੀਂ ਇਕੱਲੇ ਪੜ ਸਕਦੇ ਇੱਥੇ ਨਾ, ਤੁਸੀਂ ਕਿਤੇ ਵੱਖਰੇ ਜੰਮੇ। ਉਹਨਾਂ ਨੇ ਜਿਹੜੇ ਪੋਥੀਆਂ ਪੜ੍ਹਦੇ ਸੀ ਉਹਨਾਂ ਤੋਂ ਫੜ ਕੇ ਪੋਥੀਆਂ ਕਹਿੰਦੇ ਪੜਾਂਗੇ ਸਾਰੇ, ਮੇਰੇ ਨਾਲ ਵਾਲੇ ਪੜਨਗੇ, ਕੋਈ ਜਾਤ ਸਿਸਟਮ ਨਹੀਂ, ਛੋਟੀ ਵੱਡੀ ਇੱਥੇ ਸਾਰੇ ਪੜਨਗੇ। ਜਿਹੜੇ ਤਲਵਾਰਾਂ ਹੀ ਚਲਾਉਂਦੇ ਸੀ ਉਹਨਾਂ ਤੋਂ ਚੱਕ ਕੇ ਕਹਿੰਦੇ ਆ ਜਾਓ ਆਪਾਂ ਵੀ ਚਲਾ ਸਕਦੇ, ਅਸੀਂ ਕੀ ਅਸੀਂ ਨਹੀਂ ਚਲਾ ਸਕਦੇ, ਸਾਡੀਆਂ ਬਾਹਾਂ ਨਹੀਂ। ਖੱਤਰੀਆਂ ਨੇ ਠੇਕਾ ਲਿਆ ਵੀ ਉਹੀ ਕਰਨਗੇ। ਫਿਰ ਜਦੋਂ ਗੱਲ ਖੇਤੀ ਦੀ ਆਈ, ਹਲ ਵੀ ਵਾਹ ਕੇ ਵੇਖੇ, ਕਹਿੰਦੇ ਸਾਰੇ ਕਰ ਸਕਦੇ ਨੇ, ਇਹਦੇ ਚ ਕੋਈ ਕਿਸੇ ਨੇ ਨਹੀਂ ਇਦਾਂ ਵਿਆਹ ਹੀ ਕਰ ਸਕਦਾ। ਤੇ ਜਦੋਂ ਗੱਲ ਆਈ ਸ਼ੂਦਰਾਂ ਦੀ, ਕਹਿੰਦੇ ਇਹਨੇ ਕੱਲਿਆਂ ਨੂੰ ਬੱਠਲ ਚਕਾਇਆ ਪਿਆ, ਲੋੜ ਪੈਣ ਤੇ ਆਹ ਕੰਮ ਵੀ ਆਪੇ ਹੀ ਕਰ ਲੈਣਾ। ਜੇ ਗੰਦ ਮੈਂ ਪਾ ਸਕਦਾ ਤੇ ਆਪਣੇ ਗੰਦ ਦੀ ਸਫਾਈ ਵੀ ਆਪ ਕਰ ਸਕਦਾ ਹੈ, ਦੂਜਾ ਕਿਉਂ ਕਰੂ? ਜੇ ਗਿਆਨ ਪੜਨ ਦਾ ਤੈਂ ਠੇਕਾ ਲਿਆ ਤੇ ਨਾਲ ਹੀ ਕਹਿੰਦੇ ਨੇ ਆਹ ਗਰੀਬ ਨੇ ਗੰਦ ਚੱਕਣ ਦਾ ਠੇਕਾ ਲਿਆ, ਉਹਨੂੰ ਵੀ ਕਹਿੰਦੇ ਆ ਇਹਨੇ ਠੇਕਾ ਲਿਆ ਤੇਰੀਆਂ ਸਫਾਈਆਂ ਕਰੇ, ਇਹਨੂੰ ਵੀ ਪੜਨ ਦਾ ਹੱਕ ਹੈ। ਤੂੰ ਆਪਣੀ ਸਫਾਈ ਆਪ ਕਰ, ਪੜ੍ਹਾਈ ਵੀ ਆਪ ਕਰ, ਸਫਾਈ ਵੀ ਆਪ ਕਰ, ਬਚਾਅ ਵੀ ਆਪ ਦਾ ਆਪ ਕਰ ਲੈ, ਤੇ ਫਸਲ ਵੀ ਆਪ ਦੀ ਆਪ ਹੀ ਬੀਜ ਲੈ, ਚਾਰੇ ਕੰਮ ਆਪੇ ਆਪਣੇ ਆਪ ਕਰ ਲੈ। ਇਦਾਂ ਹੀ ਮਹਾਰਾਜ ਨੇ ਜਿਹੜੇ ਉਹ ਜਿਨ੍ਹਾਂ ਨੂੰ ਪੈਰਾਂ ਦੀ ਜੁੱਤੀ ਸਮਝਦੇ ਸੀ ਉਹਨਾਂ ਨੂੰ ਕਿਹਾ, ਕਹਿੰਦੇ ਚਾਰੇ ਕੰਮ ਆਪੇ ਕਰ ਲੋ। ਇਹ ਸਿਰ ਤੇ ਭਾਈ ਮਤਲਬ ਮਹਿਕਮੇ ਵੰਡੇ ਹੋਏ ਸੀ। ਆਹ ਜਿਹੜਾ ਪੜਨ ਵਾਲਾ ਕੰਮ ਹੈ ਕਹਿੰਦੇ ਤੇ ਸਾਨੂੰ ਅਸੀਂ ਉਹੀ ਕਰ ਸਕਦੇ ਹਾਂ। ਤੇ ਗੁਰੂ ਸਾਹਿਬ ਨੇ ਨਾ ਉਹਨਾਂ ਦੇ ਹੱਥਾਂ ਚੋਂ ਫੜ ਕੇ ਪੋਥੀਆਂ, ਗ੍ਰੰਥ, ਕਿਤਾਬਾਂ ਐ ਫੜਾਤੀਆਂ, ਕਹਿੰਦੇ ਪੜ੍ਹ ਲਓ ਤੁਸੀਂ, ਮੈਂ ਪੜੂੰਗਾ, ਆਪਾਂ ਪੜਾਂਗੇ, ਆਪਾਂ ਆਪਣਾ ਗਿਆਨ ਆਪਣਾ ਲਿਖਾਂਗੇ। ਤੇ ਗੁਰੂ ਗ੍ਰੰਥ ਸਾਹਿਬ ਲਿਖਿਆ, ਆਪ ਬਣਾਇਆ, ਸਾਨੂੰ ਪੜਾਇਆ, ਆਪ ਪੜਿਆ, ਸਾਨੂੰ ਕਿਹਾ ਪੜਿਆ ਕਰੋ, ਸਮਝਿਆ ਕਰੋ। ਸਾਡਾ ਬੇੜਾ ਫੇਰ ਗਰਕ ਗਿਆ ਨਲਾਇਕਾਂ ਦਾ, ਅਸੀਂ ਚੱਕ ਕੇ ਪੋਥੀਆਂ ਫੇਰ ਸਾਡੇ ਵਰਗਿਆਂ ਨੂੰ ਫੜਾਤੀਆਂ ਵੀ ਆਪੇ ਹੀ ਪੜ੍ਹ ਲਓ, ਸਾਨੂੰ ਲੋੜ ਹੀ ਨਹੀਂ। ਆਖੋ ਸਤਿਨਾਮ। ਇਹਨੂੰ ਕਹਿੰਦੇ ਨੇ ਦਿੱਤਾ ਹੋਇਆ ਗਿਫਟ ਮੋੜਨਾ, ਇਹਨੂੰ ਕਹਿੰਦੇ ਨੇ ਮੈਨੂੰ ਨਹੀਂ ਚਾਹੀਦਾ ਤੇਰਾ ਗਿਫਟ। ਕਿੰਨੀ ਬੇਕਦਰੀ ਵੇਖੋ, ਇੱਕ ਬੰਦਾ ਤੁਹਾਡੇ ਲਈ ਗਿਫਟ ਖਰੀਦ ਕੇ ਲਿਆਵੇ, ਗਿਫਟ ਦੀ ਮੁੱਲ ਦੀ ਗੱਲ ਨਹੀਂ ਹੁੰਦੀ। ਹਾਲਾਂਕਿ ਪਿਆਰ ਦੀ ਨਿਸ਼ਾਨੀ ਦਾ ਮੁੱਲ ਪੁੱਛਣ ਵਾਲਾ ਬੰਦਾ ਬਹੁਤ ਵੱਡੀ ਭੁੱਲ ਕਰਦਾ ਹੈ, ਬਹੁਤ ਵੱਡੀ ਭੁੱਲ ਕਰਦਾ ਹੈ। ਪਿਆਰ ਦੀ ਨਿਸ਼ਾਨੀ ਦਾ ਮੁੱਲ ਥੋੜਾ ਪੁੱਛੀਦਾ ਹੁੰਦਾ ਹੈ, ਚਾਹੇ ਉਹ ਗੁਲਾਬ ਦਾ ਫੁੱਲ ਹੀ ਹੋਵੇ, ਚਾਹੇ ਉਹ ਇੱਕ ਚਾਕਲੇਟ ਹੀ ਹੋਵੇ, ਚਾਹੇ ਇੱਕ ਪੱਤੀ ਹੋਵੇ, ਫੁੱਲ ਵੀ ਪੂਰਾ ਨਾ ਹੋਵੇ, ਫੁੱਲ ਦੀ ਵੀ ਪੱਤੀ ਹੋਵੇ, ਤੇ ਪਿਆਰ 'ਚ ਨਿਸ਼ਾਨੀ ਦਿੱਤੀ ਹੈ ਤਾਂ ਉਹਦਾ ਮੁੱਲ ਨਹੀਂ ਪੁੱਛੀਦਾ, ਉਹਦਾ ਰੇਟ ਥੋੜਾ ਪੁੱਛੀਦਾ। ਗਿਫਟ ਦਾ ਰੇਟ ਥੋੜਾ ਹੁੰਦਾ ਹੈ। ਧਿਆਨ ਨਾਲ ਸੁਣੋ, ਜਿਹੜਾ ਗਿਫਟ ਖਰੀਦ ਕੇ ਦਵੇ ਅਗਲਾ ਸਾਂਭ ਰੱਖਦਾ ਹੈ। ਤੇ ਆਹ ਜਿਹੜੇ ਗਿਫਟ ਹੈ ਨਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਇਹ ਸਾਨੂੰ ਗਿਫਟ ਦੇਣ ਲਈ ਮਹਾਰਾਜ ਦਾ 250 ਸਾਲ ਲੱਗਾ। ਇੰਨੇ ਪਾਤਸ਼ਾਹ, ਇੰਨਾ 35 ਦਾ ਜ਼ੋਰ ਲੱਗ ਗਿਆ, ਤਵੀਆਂ ਤੇ ਅਗਲਿਆਂ ਨੇ ਬਾਤਾ। ਪਰ ਕਹਿੰਦੇ ਇੱਕ ਵਾਰੀ ਨਾ ਨਜ਼ਰੀਆ ਦੇ ਕੇ ਜਾਣਾ, ਇੱਕ ਐਨਕ ਦੇ ਕੇ ਜਾਣੀ ਹੈ ਵੀ ਐ ਵੇਖੋ ਸਮਾਜ ਨੂੰ। ਇੰਨਾ ਲੱਗ ਗਿਆ ਜ਼ੋਰ, ਤੇ ਸਾਡੇ ਵਰਗੇ ਕਮਲਿਆਂ ਨੇ ਕਦਰ ਕੀਤੀ ਨਹੀਂ। ਸਾਡੇ ਵਰਗਿਆਂ ਨੇ ਫਿਰ ਪਾਠੀ ਰੱਖ ਲਏ, 5000 ਲੈ ਲਓ, ਆਪੇ ਹੀ ਪਾਠ ਕਰਦੇ ਕਰੋ, ਸਾਨੂੰ ਲੋੜ ਹੀ ਨਹੀਂ। ਸਾਡੇ ਵਰਗਾ ਮੂਰਖ ਤੇ ਬੇਕਦਰ ਕੌਣ ਹੈ? ਵੀਰੋ ਭਰਾਵੋ, ਕਿਸਾਨਾਂ ਦੇ ਚੱਲਦੇ ਆ ਨਾ ਮਸਲੇ, ਜੇ ਅਸੀਂ ਆ ਗਿਆਨ ਪ੍ਰਾਪਤ ਕਰਕੇ ਦਿਮਾਗ ਚਲਾਇਆ ਹੁੰਦਾ 70-80 ਸਾਲ ਤੋਂ ਰੁਲਦੇ ਥੋੜਾ ਫਿਰਨਾ ਸੀ। ਜਿਹਦੇ ਸਟੇਟ ਮੰਗਣ ਦੀ ਗੱਲ ਆਈ ਸੀ ਠੋਕ ਕੇ ਕਰਦੇ, ਸਾਡੇ ਆਗੂ ਗਦਾਰ ਨਿਕਲੇ ਸੀ, ਸਾਰੇ ਜਣੇ ਮਗਰ ਨਾਰਾ ਲਾ ਦਿੰਦੇ ਆ ਅਸੀਂ, ਰੁਲਦੇ ਥੋੜਾ ਫਿਰਦੇ। ਜੇ ਕਿਤੇ ਅਸੀਂ ਪੋਥੀਆਂ ਪੜਨ ਵਾਲੇ ਹੁੰਦੇ, ਗਿਆਨ ਪ੍ਰਾਪਤ ਕਰਨ ਵਾਲੇ ਹੁੰਦੇ। ਜੇ ਅਗਲੇ ਰਾਜ ਭਾਗ ਤੇ ਬੈਠੇ ਆ, ਪੰਗਾ ਇਹ ਪਿਆ
ਪੋਥੀਆਂ ਮਤਲਬ ਗਿਆਨ ਸਮਝ ਪੜ੍ਹਾਈ ਛੱਡਤੀ ਅਸੀਂ। ਪੜ੍ਹਾਈ ਮਤਲਬ ਸਾਰੀ ਐਜੂਕੇਸ਼ਨ, ਕੱਲਾ ਪੋਥੀਆਂ ਦਾ ਗਿਆਨ ਨਹੀਂ, ਸਾਰੀ ਐਜੂਕੇਸ਼ਨ ਪੜ੍ਹਾਈ ਅਸੀਂ ਛੱਡਤੀ, ਉਹਦੇ ਤੋਂ ਦੂਰ ਹੋ ਗਏ। ਆਪਣੀ ਕਾਮਨ ਸੈਂਸ ਨਹੀਂ ਡਿਵੈਲਪ ਹੋ ਸਕੀ, ਪਿੱਛੇ ਰਹਿ ਗਏ। ਇੰਨੀ ਵਧੀਆ ਗੁਰਬਾਣੀ ਦਾ ਗਿਆਨ ਮਹਾਰਾਜ ਦੇ ਕੇ ਗਏ, ਪੜ੍ਹੇ ਹੋ ਭਾਈ, ਅਸੀਂ ਸਾਰੇ ਪੜਾਂਗੇ। ਤੁਸੀਂ ਠੇਕਾ ਲਿਆ ਪੜਨ ਦਾ ਵੀ ਤੁਸੀਂ ਵੀ ਪੜ ਸਕਦੇ ਆ, ਪੜਾਂਗੇ ਵੀ, ਸਮਝਾਂਗੇ ਵੀ, ਸਮਝਾਵਾਂਗੇ ਵੀ, ਆਪੇ ਵੀ ਤਲਵਾਰ ਵੀ ਚਲਾ ਲਿਆ ਕਰਾਂਗੇ, ਢਿੱਡ ਵੀ ਭਰ ਲਾਂਗੇ, ਆਪਣੀ ਸਫਾਈ ਵੀ ਕਰ ਲਾਂਗੇ, ਸਾਰੇ ਕੰਮ ਅਸੀਂ ਕਿਹੜਾ ਨਹੀਂ ਕਰ ਸਕਦੇ ਯਾਰ। ਤੇ ਤੁਹਾਡਾ ਕੰਮ ਸੀ ਵੀਰੋ ਭਰਾਵੋ ਭੈਣੋ, ਤੁਹਾਡਾ ਕੰਮ ਸੀ ਪਾਠੀਆਂ ਨੂੰ ਪਰੇ ਹਟ ਜਾਓ, ਪਾਠ ਅਸੀਂ ਬੋਲੋ ਯਾਰ ਆਪੇ ਕਰ ਲਾਂਗੇ। ਮੇਰੇ ਵਰਗਾ ਕਥਾ ਸੁਣਾਉਣ ਲੱਗਦਾ, ਪਰੇ ਛੱਡੋ, ਅਸੀਂ ਕਥਾ ਵੀ ਕਰ ਲਾਂਗੇ, ਕੀਰਤਨ ਕਰਨ ਲੱਗਾ ਅਸੀਂ ਕਰ ਲਾਂਗੇ। ਫਿਰ ਸਾਡੇ ਸਿੱਖਾਂ 'ਚ ਪੁਜਾਰੀ ਸ਼੍ਰੇਣੀ ਹੋਣੀ ਨਹੀਂ ਸੀ, ਹੈ ਵੀ ਨਹੀਂ ਸੀ। ਸਿੱਖਾਂ 'ਚ ਪੁਜਾਰੀ ਸ਼੍ਰੇਣੀ ਹੈ ਨਹੀਂ ਸੀ। ਗੁਰੂ ਨਾਨਕ ਪੁਜਾਰੀ ਨਹੀਂ ਸੀ, ਗੁਰੂ ਨਾਨਕ ਕਿਸਾਨ ਸੀ। ਗੁਰੂ ਨਾਨਕ ਕਿਸਾਨ ਸੀ। ਸਾਡੇ ਪਾਤਸ਼ਾਹ ਪੁਜਾਰੀ ਥੋੜਾ ਸੀ। ਪੁਜਾਰੀ ਸ਼੍ਰੇਣੀ ਜੇ ਆਊ ਤੇ ਧੰਦਾ ਆਊ। ਧਰਮ ਧੰਦਾ ਉਦੋਂ ਬਣੂ ਜਦੋਂ ਪੁਜਾਰੀ ਆਊ, ਤੇ ਜੇ ਪੁਜਾਰੀ ਨਹੀਂ ਆਊ ਤੇ ਧਰਮ ਧੰਦਾ ਨਹੀਂ ਬਣੂ। ਧੰਦਾ ਉਦੋਂ ਬਣਦਾ ਹੈ ਜਦੋਂ ਸਾਡੇ 'ਚ ਪੁਜਾਰੀ ਸਿਸਟਮ ਆ ਵੜਦਾ ਹੈ, ਜਿਨ੍ਹਾਂ ਨੇ ਪੂਜਾ ਦੇ ਨਾਂ ਤੇ, ਧਰਮ ਦੇ ਨਾਂ ਦੇ ਉੱਤੇ, ਜਿਨ੍ਹਾਂ ਨੇ ਪਾਠ ਪੜ੍ਹਨ ਦੇ ਨਾਂ ਦੇ ਉੱਤੇ ਪੈਸਾ ਇਕੱਠਾ ਕਰਨਾ ਹੁੰਦਾ। ਤੇ ਜਿੱਦੇ ਸਾਡਾ ਦਿਮਾਗ ਖੁੱਲ ਗਿਆ, ਅਕਲ ਆ ਗਈ, ਜਿੰਦਰਾ ਖੋਲ ਲਿਆ, ਉਹਦੇ ਪਤਾ ਲੱਗਣਾ। ਦੇਖੋ ਭਾਈ, ਗਿਆਨ ਕੀ ਆਈ ਆਂਦੀ, ਸਾਡੇ ਪਤਾ ਨਹੀਂ ਕਦੋਂ ਆਉਣੀ ਹੈ। ਜਿੱਦਾਂ ਕਈ ਵਾਰੀ ਨਾ ਮੀਂਹ ਨਹੀਂ ਪੈਂਦੇ ਤੇ ਬੰਦਾ ਨਾ ਇਹ ਵੇਖੀ ਜਾਂਦਾ, ਯਾਰ ਐਤਕੀ ਖਰੇ ਕਦੋਂ ਮੀਂਹ ਪੈਣਾ, ਐਤਕੀ ਖਰੇ ਕਦੋਂ ਗੱਲ ਬਣੇਗੀ, ਕਦੋਂ ਕੋਈ, ਪਰ ਸਾਡੇ ਤੇ ਇਦਾਂ ਹੀ ਸੋਚਦੇ ਆ ਵੀ ਕਦੋਂ ਗਿਆਨ ਦਾ ਮੀਂਹ ਪੈਣਾ। ਸਾਨੂੰ ਤੇ ਜਣਾ ਖਣਾ ਲੁੱਟ ਕੇ ਲੈ ਜਾਂਦਾ, ਜਿਹਦਾ ਜੀ ਕਰਦਾ ਕਮਲਾ ਕਰਕੇ ਚਲੇ ਜਾਂਦਾ।